ਨਮਸਕਾਰ ਐਂਡ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਇਸ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਨੇ ਹਾਂ what is function, how we can define a function, what is domain, what is range, what is codomain। ਤਾਂ ਇਹ ਕੁਝ ਤਿੰਨ ਚਾਰ ਚੀਜ਼ਾਂ ਹੈਗੀਆਂ ਨੇ ਉਹ ਆਪਾਂ ਇਸ ਸੈਸ਼ਨ ਦੇ ਵਿੱਚ ਡਿਸਕਸ ਕਰਨੇ ਆ ਤੇ ਮੇਰੀ ਕੋਸ਼ਿਸ਼ ਰਹੂਗੀ ਕਿ ਤੁਸੀਂ ਇਸ ਨੂੰ ਇੰਜੋਏ ਕਰੋਗੇ। ਠੀਕ ਹੈ, ਤੇ ਵੈਸੇ ਵੀ ਕੀ ਹੈ ਕਿ ਜਿੰਨਾ ਆਪਾਂ ਕਿਸੇ ਸਬਜੈਕਟ ਨੂੰ ਇੰਜੋਏ ਕਰਨੇ ਹਾਂ ਉਨਾ ਹੀ ਉਹ ਆਪਣੇ ਲਈ ਵਧੀਆ ਹੁੰਦਾ ਹੈ, ਕਿਉਂਕਿ ਕੋਈ ਵੀ ਚੀਜ਼ ਨੂੰ ਆਪਾਂ ਰੱਟਾ ਲਗਾ ਕੇ ਸਟੱਡੀ ਕਰਾਂਗੇ ਤਾਂ ਉਹ ਯਾਦ ਥੋੜ੍ਹੀ ਦੇਰ ਰਹਿੰਦਾ ਹੈ, ਭੁੱਲ ਜਾਂਦਾ ਹੈ। ਲੇਕਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਕੋਈ ਚੀਜ਼ ਨੂੰ ਆਪਾਂ ਰੱਟਾ ਨਾ ਲਈਏ, ਸਮਝ ਕੇ ਕਰੀਏ ਤੇ ਜੋ ਤੁਹਾਨੂੰ ਨੌਲੇਜ ਹੈਗੀ ਹੈ ਉਸ ਦੇ ਨਾਲ ਲਿੰਕ ਕਰਕੇ ਫਿਰ ਐਕਸਪਲੇਨ ਕੀਤੀ ਜਾਵੇ। ਤਾਂ ਮੈਂ ਇੱਥੇ ਕੋਈ ਪਹਿਲਾਂ ਡੈਫੀਨੇਸ਼ਨ ਦੀ ਗੱਲ ਨਹੀਂ ਕਰਦਾ। ਸਭ ਤੋਂ ਪਹਿਲਾਂ ਤੁਸੀਂ ਇੱਥੇ ਵਾਈਟ ਬੋਰਡ ਤੇ ਆ ਜਾਓ। ਓਕੇ, ਆਪਾਂ ਇੱਕ ਇਕੁਏਸ਼ਨ ਲੈਂਦੇ ਹਾਂ ਜੋ ਕਿ ਤੁਸੀਂ ਲੋਅਰ ਕਲਾਸ ਦੇ ਵਿੱਚ 9th ਜਾਂ 10th ਕਲਾਸ ਦੇ ਵਿੱਚ ਉਹਨਾਂ ਦੇ ਗ੍ਰਾਫ ਜਿਹੜੇ ਤੁਸੀਂ ਡਰਾ ਕੀਤੇ ਨੇ। ਮੈਂ ਇੱਕ ਸਿੰਪਲ ਜੀ ਇਕੁਏਸ਼ਨ ਲੈ ਰਿਹਾ ਇੱਥੇ। ਸਪੋਜ਼ ਦੈਟ ਆਈ ਹੈਵ 2x 1 minute, suppose that this is 2x plus y is equal to 3। ਇਹ ਮੇਰੇ ਕੋਲ ਇੱਕ ਇਕੁਏਸ਼ਨ ਹੈਗੀ ਹੈ। ਜੇ ਇਸ ਦਾ ਆਪਾਂ ਗ੍ਰਾਫ ਡਰਾ ਕਰਨਾ ਹੋਵੇ ਤਾਂ ਤੁਸੀਂ 9th ਜਾਂ 10th ਕਲਾਸ ਦੇ ਵਿੱਚ ਇਸ ਦਾ ਗ੍ਰਾਫ ਡਰਾ ਕਰਨ ਵਾਸਤੇ ਕੀ ਕਰਦੇ ਸੀਗੇ? ਇਹਨੂੰ ਆਪਾਂ ਰੀਰਾਈਟ ਕੀਤਾ। this becomes y is equal to 3 minus 2x। ਓਕੇ, ਫਿਰ ਇੱਥੇ ਆਪਾਂ ਇੱਕ ਟੇਬਲ ਜਿਹਾ ਬਣਾਇਆ ਹੈ ਨਾ, ਤੇ ਆ ਆਪਣੇ ਕੋਲ ਇੱਕ ਬਾਕਸ ਬਣ ਗਿਆ। ਤਾਂ ਇਸ ਦਾ ਗ੍ਰਾਫ ਡਰਾ ਕਰਨ ਵਾਸਤੇ ਆਪਾਂ ਨੂੰ ਘੱਟ ਤੋਂ ਘੱਟ 2 ਵੈਲਿਊ ਚਾਹੀਦੀਆਂ ਨੇ। ਜ਼ਿਆਦਾ ਭਾਵੇਂ ਜਿੰਨੇ ਮਰਜ਼ੀ ਕੱਢ ਲਓ, ਕਿਉਂਕਿ ਇੱਕ ਸਟ੍ਰੇਟ ਲਾਈਨ ਹੈਗੀ ਹੈ ਤਾਂ 2 ਪੁਆਇੰਟਾਂ ਨੂੰ ਮਿਲਾ ਕੇ ਇੱਕ ਲਾਈਨ ਬਣੂਗੀ ਆਪਣੇ ਕੋਲ, ਤੇ ਬਾਕੀ ਦੇ ਜਿੰਨੇ ਵੀ ਪੁਆਇੰਟ ਆਣਗੇ ਉਹ ਸਾਰੇ ਉਸੇ ਲਾਈਨ ਦੇ ਉੱਪਰ ਐਗਜ਼ਿਸਟ ਕਰਨਗੇ। ਠੀਕ ਹੈ ਨਾ। ਤਾਂ ਆਪਾਂ ਤੁਸੀਂ ਕੀ ਕਰਦੇ ਸੀਗੇ ਕਿ ਇਹਦੇ 'ਚ ਐਕਸ ਹੋ ਗਿਆ, ਇਹ ਵਾਈ ਹੋ ਗਿਆ। ਐਕਸ ਇਕੁਅਲ ਟੂ 0 ਪੁੱਟ ਕੀਤਾ, ਵਾਈ ਇਕੁਅਲ ਟੂ 3 ਆ ਜਾਏਗਾ। ਐਕਸ ਇਕੁਅਲ ਟੂ 1 ਲੈਂਦੇ ਹੋ ਤਾਂ ਵਾਈ ਦੀ ਵੈਲਿਊ ਕਿੰਨੀ ਆਏਗੀ? 1 ਆ ਜਾਏਗੀ। ਜੇ ਤੁਸੀਂ ਐਕਸ ਇਕੁਅਲ ਟੂ 2 ਲਓਗੇ ਤੇ ਵਾਈ ਇਕੁਅਲ ਟੂ -1 ਆ ਜਾਏਗਾ। ਠੀਕ ਹੈ ਨਾ। ਤਾਂ ਐਕਸ ਦੀ ਵੈਲਿਊ ਤੁਸੀਂ ਪੁੱਟ ਕਰੀ ਜਾਂਦੇ ਹੋ ਤੇ ਵਾਈ ਦੀ ਵੈਲਿਊ ਆਪਣੇ ਕੋਲ ਆਈ ਜਾਂਦੀ ਹੈ। ਜੇ ਇੱਥੇ ਆਪਾਂ ਐਵੇਂ ਹੀ ਜੇ ਇੱਥੇ ਆਪਣੇ ਕੋਲ ਇਸ ਤਰ੍ਹਾਂ ਹੁੰਦਾ 2x² plus y is equal to 3 ਤਾਂ ਫਿਰ ਵੀ ਤਾਂ ਆਪਾਂ ਐਵੇਂ ਕਰਦੇ ਨਾ, 3 minus 2x²। x ਦੀ ਵੈਲਿਊ ਆਪਾਂ ਇਹਦੇ 'ਚ ਪੁੱਟ ਕਰਦੇ ਜਾਵਾਂਗੇ ਤੇ y ਦੀ ਵੈਲਿਊ ਆਪਣੇ ਕੋਲ ਆਉਂਦੀ ਜਾਏਗੀ। ਬਟ ਇੱਥੇ ਜਿਹੜੇ ਹੈ ਆਪਣੇ ਕੋਲ ਵੈਲਿਊਜ਼ ਜਿਹੜੇ ਹੈਗੇ ਨੇ ਉਹ ਡਿਫਰੈਂਟ ਤਰੀਕੇ ਨਾਲ ਆਉਣਗੀਆਂ, ਕਿਉਂਕਿ ਇੱਥੇ ਪਾਵਰ ਆ ਗਈ ਤਾਂ ਇਹ ਇੱਕ ਆਪਣੇ ਕੋਲ ਸਟ੍ਰੇਟ ਲਾਈਨ ਨਹੀਂ ਬਣੇਗੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਸ ਨੂੰ ਹੀ ਟਾਰਗੇਟ ਕਰੀਏ। ਇਹਦੇ ਵਿੱਚ ਤੁਸੀਂ ਕੀ ਚੀਜ਼ ਓਬਜ਼ਰਵ ਕਰ ਰਹੇ ਹੋ ਕਿ ਐਕਸ ਦੀ ਵੈਲਿਊ ਤੁਸੀਂ ਦੇਈ ਜਾਂਦੇ ਹੋ ਤੇ ਵਾਈ ਦੀ ਵੈਲਿਊ ਤੁਹਾਡੇ ਕੋਲ ਆਈ ਜਾਂਦੀ ਹੈ। ਕੀ ਆਪਾਂ ਇਸ ਨੂੰ ਇਹ ਜਿਹੜਾ ਰਾਈਟ ਹੈਂਡ ਸਾਈਡ ਜਿਹੜਾ ਹੈਗਾ ਇਹ ਇਕੱਲਾ ਆਪਣੇ ਕੋਲ ਐਕਸ ਦਾ ਐਕਸ ਵੇਰੀਏਬਲ ਦੇ ਵਿੱਚ ਆ ਰਿਹਾ ਹੈ ਨਾ, 3 ਕਾਂਸਟੈਂਟ ਟਰਮ ਹੈਗਾ। ਕੀ ਇਹਨੂੰ ਤੁਸੀਂ ਆ ਲਿਖ ਸਕਦੇ ਹੋ? ਕੋਈ ਦਿੱਕਤ ਨਹੀਂ ਹੈ, ਕਿਉਂਕਿ ਐਫ ਐਕਸ ਦੀ ਜਿਹੜੀ ਵੈਲਿਊ ਹੈਗੀ ਹੈ ਇਹਨੂੰ ਅਸੀਂ ਭਾਵੇਂ 3 minus 2x ਲਿਖ ਦਿਓ, ਇੱਕੋ ਹੀ ਗੱਲ ਹੈਗੀ, ਕੋਈ ਫਰਕ ਨਹੀਂ ਹੈਗਾ। ਤਾਂ ਆਹੀ ਤਾਂ ਆਪਣੇ ਕੋਲ ਫੰਕਸ਼ਨ ਹੈਗਾ। ਦਿਸ ਇਜ਼ ਫੰਕਸ਼ਨ। ਕਿਉਂਕਿ ਤੁਸੀਂ 9th 10th ਕਲਾਸ ਦੇ ਵਿੱਚ ਫੰਕਸ਼ਨ ਪੜ੍ਹ ਕੇ ਆ ਰਹੇ ਹੋ, ਬਟ ਤੁਹਾਨੂੰ ਇਹ ਨਹੀਂ ਪਤਾ ਸੀਗਾ ਕਿ ਤੁਸੀਂ ਫੰਕਸ਼ਨ ਕਰੀ ਜਾਂਦੇ ਹੋ। ਠੀਕ ਹੈ ਨਾ। ਸਿੰਪਲ ਜੀ ਗੱਲ ਹੈਗੀ ਹੈ ਕਿ ਇਹਦੇ 'ਚ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿ ਫੰਕਸ਼ਨ ਹੁੰਦਾ ਕੀ ਹੈ। ਇਸ ਦੇ ਵਿੱਚ ਇਨਪੁੱਟ ਕੀ ਹੈਗੇ ਨੇ, ਜਿਹੜੀਆਂ ਐਕਸ ਦੀ ਵੈਲਿਊਜ਼ ਜਿਹੜੀਆਂ ਦੀਜ਼ ਆਰ ਇਨਪੁੱਟਸ। ਇਹ ਕੀ ਹੈਗੇ ਨੇ? ਇਨਪੁੱਟਸ ਹੈਗੀਆਂ ਨੇ। ਤੇ ਇਹਨਾਂ ਦੇ ਕੋਰਸਪੋਂਡਿੰਗ ਜਿਹੜੀ ਵੈਲਿਊਜ਼ ਆ ਰਹੀਆਂ ਨੇ ਇਹ ਕੀ ਹੈਗੇ ਨੇ? ਉਹਨਾਂ ਦੇ ਕੋਰਸਪੋਂਡਿੰਗ ਆਊਟਪੁੱਟਸ ਹੈਗੀਆਂ ਨੇ। ਤਾਂ ਇਸ ਦੇ ਵਿੱਚ ਜਦੋਂ ਤੁਸੀਂ ਕੋਈ ਐਕਸ ਦੀ ਵੈਲਿਊ ਦੋਗੇ, ਐਕਸ ਦੀ ਵੈਲਿਊ ਤੁਸੀਂ ਪੁੱਟ ਕਰੋਗੇ y is equal to 3 minus 2x।
ਇਹਦੇ ਵਿੱਚ ਤੁਸੀਂ ਕੋਈ ਵੀ x ਦੀ ਵੈਲਿਊ ਪੁੱਟ ਕਰੋਗੇ ਤਾਂ y ਦੀ ਵੈਲਿਊ ਤੁਹਾਡੇ ਕੋਲ ਡੈਫੀਨਿਟਲੀ ਆਏਗੀ ਤੇ ਉਹ ਜਿਹੜੀ ਵੈਲਿਊ ਆਏਗੀ ਉਹ ਆਪਣੇ ਕੋਲ ਯੂਨੀਕ ਵੈਲਿਊ ਹੋਏਗੀ। ਜੇ ਇੱਕ ਵੈਲਿਊ ਪੁੱਟ ਕਰਦੇ ਹੋ ਨਾ ਤਾਂ ਇੱਕ ਵੈਲਿਊ ਹੀ ਆਏਗੀ, ਇਹ ਨਹੀਂ ਕਿ x ਦੀ ਵੈਲਿਊ ਤਾਂ ਆਪਾਂ ਇੱਕ ਪੁੱਟ ਕੀਤੀ ਤੇ y ਦੀ ਵੈਲਿਊ ਦੋ ਵੈਲਿਊਜ਼ ਆਪਣੇ ਕੋਲ ਆਣੀਆਂ, ਇਸ ਤਰ੍ਹਾਂ ਕਦੇ ਨਹੀਂ ਹੋਏਗਾ। ਇਹ ਮੈਂ ਨਾ ਜਿਹੜੀ ਐਗਜ਼ਾਮਪਲ ਦਿੱਤੀ ਹੈ ਇਹਨੂੰ ਧਿਆਨ ਨਾਲ ਦੇਖਿਓ ਕਿਉਂਕਿ ਇੱਥੋਂ ਆਪਣੇ ਕੋਲ ਡੈਫੀਨੇਸ਼ਨ ਬਣਨੀ ਹੈ, ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਸਿੰਪਲ ਜੀ ਐਗਜ਼ਾਮਪਲ ਦੇ ਰਿਹਾ ਕਿ ਨੰਬਰ 1 ਇੱਕ ਪੁਆਇੰਟ ਦੇ ਕੋਰਸਪੋਂਡਿੰਗ ਆਪਣੇ ਕੋਲ ਇੱਕ ਵੈਲਿਊ ਹੀ ਆ ਰਹੀ ਹੈ। ਤੁਸੀਂ 0 ਪੁੱਟ ਕੀਤਾ ਤਾਂ y ਦੀ ਵੈਲਿਊ 3 ਆਈ, 1 ਪੁੱਟ ਕੀਤਾ ਤਾਂ y ਦੀ ਵੈਲਿਊ 1 ਆਈ, x ਇਕੁਅਲ ਟੂ 2 ਲਿੱਤਾ y ਇਕੁਅਲ ਟੂ -1 ਆਇਆ। ਠੀਕ ਹੈ ਨਾ, ਉਵੇਂ ਤੁਸੀਂ ਕੀ ਹੈ ਕਿ x ਇਜ਼ ਇਕੁਅਲ ਟੂ ਜੇ ਤੁਸੀਂ 100 ਪੁੱਟ ਕਰੋਗੇ ਤਾਂ ਕੀ ਹੋ ਜਾਊਗਾ y ਇਜ਼ ਇਕੁਅਲ ਟੂ 3 -200, ਇਹਨੂੰ ਸਿੰਪਲੀਫਾਈ ਕਰੋਗੇ ਤਾਂ 1 ਇਹ ਆ ਜਾਏਗਾ -197। ਜਿੰਨੀ ਮਰਜ਼ੀ ਵੈਲਿਊ ਭਾਵੇਂ ਵੱਡੀ ਪੁੱਟ ਕਰੋ ਭਾਵੇਂ ਛੋਟੀ ਵੈਲਿਊ ਪੁੱਟ ਕਰੋ, ਜੋ ਕੁਛ ਮਰਜ਼ੀ ਪੁੱਟ ਕਰੋ, ਤੁਹਾਡੇ ਕੋਲ ਹਰੇਕ ਵੈਲਿਊ ਦੇ ਕੋਰਸਪੋਂਡਿੰਗ ਇੱਕ ਵੈਲਿਊ ਆ ਰਹੀ ਹੈ। ਠੀਕ ਹੈ ਨਾ, ਮੈਂ ਦੋ ਵਾਰੀ ਚੀਜ਼ ਇਸ ਨੂੰ ਰਿਪੀਟ ਕੀਤਾ ਕਿਉਂਕਿ ਜਿਹੜੀ ਮੈਂ ਹੁਣ ਗੱਲ ਕਰ ਰਿਹਾ ਨਾ, ਇੱਕ ਵੈਲਿਊ ਦੇ ਰਿਸਪੈਕਟ ਆਪਣੇ ਕੋਲ ਇੱਕ ਵੈਲਿਊ ਹੀ ਆ ਰਹੀ ਹੈ ਤੇ ਆਹੀ ਡੈਫੀਨੇਸ਼ਨ ਬਣਦੀ ਹੈ ਜਦੋਂ ਆਪਾਂ ਹੁਣ ਡੈਫੀਨੇਸ਼ਨ ਡਿਸਕਸ ਕਰਾਂਗੇ। ਠੀਕ ਹੈ ਨਾ, ਤਾਂ ਇਹੀ ਤਾਂ ਆਪਣੇ ਕੋਲ ਫੰਕਸ਼ਨ ਹੈਗਾ। ਹੁਣ ਜਿਵੇਂ ਆਪਾਂ ਘਰਾਂ ਦੇ ਵਿੱਚ ਕੀ ਹੈ ਕਿ ਜਦੋਂ ਆਪਾਂ ਰੂਮ ਦੇ ਵਿੱਚ ਐਂਟਰ ਕੀਤਾ, ਸਵਿਚ ਔਨ ਕੀਤਾ, ਜੇ ਤੁਸੀਂ ਬਲਬ ਦਾ ਸਵਿਚ ਔਨ ਕਰੋਗੇ ਤਾਂ ਬਲਬ ਜਗ ਪਊਗਾ, ਜੇ ਤੁਸੀਂ ਟਿਊਬਲਾਈਟ ਦਾ ਔਨ ਕਰੋਗੇ ਤਾਂ ਟਿਊਬਲਾਈਟ ਜਗ ਪਊਗੀ, ਜੇ ਫੈਨ ਦਾ ਔਨ ਕੀਤਾ ਤਾਂ ਫੈਨ ਆਪਦਾ ਵਰਕਿੰਗ ਜਿਹੜੀ ਹੈ ਉਹ ਸਟਾਰਟ ਕਰ ਦਿੰਦੀ ਹੈ। ਸੋ ਆਲ ਦੀਜ਼ ਆਰ ਫੰਕਸ਼ਨਸ। ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਨੇ ਇਸ ਜਿੰਨੀਆਂ ਵੀ ਕਿਰਿਆਵਾਂ ਕਰ ਰਹੇ ਹਾਂ, ਠੀਕ ਹੈ ਨਾ, ਉਹ ਸਾਰੀਆਂ ਹੀ ਕੀ ਹੈ ਕਿ ਫੰਕਸ਼ਨ ਹੀ ਹੈਗੀ, ਉਹ ਸਾਰੇ ਫੰਕਸ਼ਨ ਹੈਗੇ। ਠੀਕ ਹੈ ਨਾ, ਹੁਣ ਕੀ ਹੈ ਕਿ ਇੱਥੋਂ ਮੈਂ ਬੋਲੀ ਜਾਂਦਾ ਰਿਕਾਰਡ ਹੋਈ ਜਾਂਦੀ ਹੈ, ਮੈਂ ਇਨਪੁਟ ਕੀ ਹੈਗਾ, ਜੋ ਮੈਂ ਲਿਖ ਰਿਹਾ ਉਹ ਇਨਪੁਟ ਹੈਗੀ ਹੈ, ਜੋ ਮੈਂ ਬੋਲਿਆ ਹਾਂ ਉਹ ਇਨਪੁਟ ਹੈਗੀ ਹੈ, ਤੇ ਜਿਵੇਂ ਜਿਵੇਂ ਕਰ ਰਿਹਾ ਉਹ ਸਾਰਾ ਕਿ ਇੱਥੇ ਰਿਕਾਰਡ ਹੋ ਜਾਂਦਾ, ਤਾਂ ਆ ਵੀ ਤਾਂ ਆਪਣੇ ਕੋਲ ਇੱਕ ਪ੍ਰਕਾਰ ਦੀ ਫੰਕਸ਼ਨ ਹੈਗੀ ਹੈ। ਇਹ ਹੁਣ ਰਿਕਾਰਡ ਹੋ ਕੇ ਜਦੋਂ ਅਪਲੋਡ ਹੋ ਜਾਏਗਾ ਉਹ ਤੁਹਾਡੇ ਕੋਲ ਪਹੁੰਚ ਜਾਏਗਾ। ਆ ਵੀ ਕੀ ਹੈ ਕਿ ਇਨਪੁਟ ਕੀ ਹੈਗੀ ਹੈ ਕਿ ਮੈਂ ਰਿਕਾਰਡ ਕੀਤਾ, ਉਹ ਇੱਕ ਇਨਪੁਟ ਹੋ ਗਈ, ਫਿਰ ਉਹ ਰਿਕਾਰਡਿੰਗ ਕਰਕੇ ਮੈਂ YouTube ਦੇ ਉੱਪਰ ਅਪਲੋਡ ਕੀਤਾ, ਉਹ ਵੀ ਇਨਪੁਟ ਹੈਗੀ ਹੈ, ਤੇ ਉਸ ਦੀ ਆਉਟਪੁੱਟ ਕੀ ਹੈਗੀ ਕਿ ਜਿੱਥੇ ਜਿੱਥੇ ਉਸ ਲਿੰਕ ਨੂੰ ਕਲਿੱਕ ਕਰੋਗੇ ਤਾਂ ਉਹੀ ਚੀਜ਼ ਉੱਥੇ ਚੱਲ ਪਊਗੀ, ਤੇ ਇਹ ਸਾਰਾ ਕੁਝ ਹੀ ਫੰਕਸ਼ਨ ਹੈਗਾ। ਸੋ ਫੰਕਸ਼ਨ ਪਲੇ ਵੈਰੀ ਇੰਪੋਰਟੈਂਟ ਰੋਲ ਇਨ ਆਵਰ ਲਾਈਫ। ਜਿੰਨਾ ਵੀ ਤੁਸੀਂ ਇਸ ਤੋਂ ਬਾਅਦ ਮੈਥਮੈਟਿਕਸ ਸਟੱਡੀ ਕਰੋਗੇ ਤਾਂ ਮੈਥਮੈਟਿਕਸ ਦੇ ਵਿੱਚ ਫੰਕਸ਼ਨ ਤੋਂ ਬਗੈਰ ਕੋਈ ਟੌਪਿਕ ਬਣਦਾ ਹੀ ਨਹੀਂ। ਠੀਕ ਹੈ ਨਾ, ਫੰਕਸ਼ਨ ਇਜ਼ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ। ਫੰਕਸ਼ਨ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਇਹ ਵੀ ਆਪਾਂ ਨੂੰ ਸਮਝਣ ਦੀ ਲੋੜ ਹੈਗੀ ਹੈ। ਤਾਂ ਹੁਣ ਕੀ ਹੈ ਕਿ ਆਪਾਂ ਥੋੜੀ ਜਿਹੀ ਡੈਫੀਨੇਸ਼ਨ ਦੇ ਵਿੱਚ ਗੱਲ ਕਰਨੇ ਆ। ਨੰਬਰ 2 ਤੇ ਕੀ ਹੈ ਕਿ ਇੱਕ ਹੋਰ ਚੀਜ਼ ਹੈਗੀ ਹੈ। ਇਸ ਤੋਂ ਪਹਿਲਾਂ ਜਿਹੜਾ ਆਪਣਾ ਲੈਕਚਰ ਸੀਗਾ ਉਹਦੇ ਵਿੱਚ ਆਪਾਂ ਰਿਲੇਸ਼ਨ ਸਟੱਡੀ ਕੀਤਾ ਸੀਗਾ। ਠੀਕ ਹੈ ਨਾ, ਰਿਲੇਸ਼ਨ ਅਤੇ ਫੰਕਸ਼ਨ ਦੋਨਾਂ ਦੇ ਵਿਚਕਾਰ ਥੋੜਾ ਜਿਹਾ ਡਿਫਰੈਂਸ ਹੈਗਾ। ਇੱਕ ਰਿਲੇਸ਼ਨ ਜਿਹੜਾ ਹੈਗਾ ਉਹਦੇ ਵਿੱਚ ਇੱਕ ਕੰਡੀਸ਼ਨ ਜਦੋਂ ਅਪਲਾਈ ਹੋ ਜਾਊਗੀ ਤਾਂ ਉਸ ਕੇਸ ਵਿੱਚ ਕੀ ਹੈ ਉਹੀ ਰਿਲੇਸ਼ਨ ਆਪਣੇ ਕੋਲ ਫੰਕਸ਼ਨ ਬਣ ਜਾਏਗਾ। ਤਾਂ ਆਪਾਂ ਇਹ 1 ਬਾਈ 1 ਚੀਜ਼ਾਂ ਹੈਗੀਆਂ ਨੇ ਆਪਾਂ ਡਿਸਕਸ ਕਰੀਏ। ਆ ਦੇਖੋ ਤੁਸੀਂ, ਸਭ ਤੋਂ ਪਹਿਲਾਂ ਤਾਂ ਡੈਫੀਨੇਸ਼ਨ ਦੀ ਗੱਲ ਕਰੀਏ ਆਪਾਂ। ਦਿਸ ਇਜ਼ ਦਾ ਡੈਫੀਨੇਸ਼ਨ। ਮੈਂ ਇਸ ਨੂੰ ਹਾਈਲਾਈਟ ਕਰ ਦੇਣਾ, ਯੂ ਕੈਨ ਸੀ ਦਿਸ ਇਜ਼ ਦਾ ਡੈਫੀਨੇਸ਼ਨ। ਇਹਨੂੰ ਧਿਆਨ ਨਾਲ ਸਮਝਿਓ ਜਿਹੜਾ ਮੈਂ ਹਾਈਲਾਈਟ ਕੀਤਾ ਇੱਥੇ ਹੁਣ, ਹੈ ਨਾ। ਕੀ ਕਹਿੰਦਾ ਹੈ, ਏ ਰਿਲੇਸ਼ਨ ਐਫ ਫਰੋਮ ਏ ਸੈਟ A to B। ਰਿਲੇਸ਼ਨ ਦੀ ਗੱਲ ਕਰ ਰਿਹਾ ਨਾ, ਰਿਲੇਸ਼ਨ ਜਿਹੜਾ ਹੈ ਜਿੱਥੇ ਆਪਾਂ ਆਰ ਨਾਲ ਡਿਨੋਟ ਕਰ ਰਹੇ ਸੀਗੇ ਉੱਥੇ ਹੁਣ ਕੀ ਹੋ ਗਿਆ ਐਫ ਦੇ ਨਾਲ ਹੋ ਗਿਆ, ਜਿੱਥੇ ਆਰ ਸੀਗਾ ਉੱਥੇ ਐਫ ਆ ਗਿਆ, ਐਨਾ ਹੀ ਫਰਕ ਹੈਗਾ। ਬਟ ਇੱਥੇ ਇੱਕ ਖਾਸ ਕੰਡੀਸ਼ਨ ਹੋਏਗੀ, ਉਹ ਕੰਡੀਸ਼ਨ ਨੂੰ ਧਿਆਨ ਦੇਣਾ। A relation f from a set A to B is said to be a function if every element of set A has one and only one image in the set B। Clear? ਤਾਂ ਹੁਣ ਕੀ ਹੈ ਕਿ ਆ ਦੇਖੋ ਜਿਹੜੀ ਮੈਂ ਪਹਿਲਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਲਿੱਤੀ ਸੀਗੀ, ਠੀਕ ਹੈ ਨਾ, y ਇਜ਼ ਇਕੁਅਲ ਟੂ ਕੀ ਸੀਗਾ ਆਪਣੇ ਕੋਲ, what was y is equal to, y ਇਕੁਅਲ ਟੂ ਸੀਗਾ ਆਪਣੇ ਕੋਲ 3 - 2x ਆ ਆਪਾਂ ਲਿੱਤਾ ਸੀਗਾ। ਠੀਕ ਹੈ, ਤਾਂ ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ ਦੋ ਸੈੱਟ ਹੋ ਗਏ, ਇੱਕ ਤਾਂ ਸੈੱਟ ਹੋ ਗਿਆ x, ਇੱਕ ਸੈੱਟ ਹੋ ਗਿਆ y। ਠੀਕ ਹੈ ਨਾ,
ਤੇ ਆ ਜਿਹੜਾ ਹੈ ਆਪਣੇ ਕੋਲ f, ਸਪੋਜ਼ ਦੈਟ f ਇਜ਼ ਅ ਰਿਲੇਸ਼ਨ ਫਰੋਮ x ਟੂ y, ਠੀਕ ਹੈ ਨਾ, f ਇਜ਼ ਅ ਰਿਲੇਸ਼ਨ ਫਰੋਮ x ਟੂ y। ਤਾਂ f ਦੇ ਵਿੱਚ ਜਿਹੜੇ ਆਰਡਰ ਪੇਅਰਸ ਜਿਹੜੇ ਆਣਗੇ ਉਹ ਆਪਣੇ ਕੋਲ ਇਸ ਪ੍ਰਕਾਰ ਦੇ ਆਣਗੇ, एक्स वाई सच दैट एक्स बिलोंग्स टू कैपिटल एक्स एंड वाई बिलोंग्स टू कैपिटल वाई, ठीक है ना। तो इहदे विच ही अपने को ऑर्डर पर पेयर बनते हैं, रिलेशन भी अपने को ऑर्डर पेयर बनते थे, बट रिलेशन और फंक्शन के थोड़ा जहा डिफरेंस है। मैं फिर वो गल कह रहा कि जोड़ा रिलेशन है वो अपने को फंक्शन बनेगा कदों। हुण आ देखो इत्थे आपां की कीता सीगा 1 लिता, 2 पुट किया, 3 पुट किया, -1 पुट किया, 0 पुट किया। जदों असीं x = 1 लोगे, x = 1 आपां इस फंक्शन दे पुट किया तो y दी वैल्यू कितनी आएगी, 1 आएगी। हाँ इस नाल एसोसीएट हो गया। जदों आपां इस दे विच 2 पुट करोगे, x = 2 पुट करोगे तो y = कितना आएगा, 3 - 4 - 1। जे तुसीं x = 3 लेंदे हो तो y = कितना आएगा, 3 - 6 -3, आ तुहाडे कोल -3 बन जाएगा। जे तुसीं इहदे च माइनस पुट करदे हो, x = -1 लिता आपां तो y = कितना आएगा, इहदे विच पुट करके देखो तुसीं, है ना, तो तुहाडे कोल आ जाऊगा 3 + 2 माइनस प्लस का हो जाएगा तो ये तुहाडे कोल बन जाऊगा 5। जे तुसीं x = 0 पुट करदे हो, x = 0 तो y की वैल्यू कितनी आएगी, इहदे च पुट करके देखो 3 आएगा। हुण इस दे विच की है कि जिन्ने भी आपां x की वैल्यूज जिहड़ी हैगियां ने वो f फंक्शन दे विच पुट करने हाँ तो उन्हां दे रिस्पैक्टिवली जो y की वैल्यू हैगी है वो अपने कोल एक वैल्यू आ रही है, यूनीक वैल्यू आ रही है, ठीक है ना। तो हर एक एलीमेंट जिहड़ा है एक्स सैट का गल करें ये एक्स सैट के एलीमेंट की, एक्स दे विच जिन्ने भी एलीमेंट है ने, इस दे विच जिन्ने भी तुसीं एलीमेंट लोगे है ना, वो सारे की है ने यूनीकली एसोसीएटेड होने चाहिए ने। एक इनपुट दोगे इको ही आउटपुट अपने को आनी चाहिए है तो आऊगी। तो उस केस दे विच की होएगा, आ जिहड़ा सैट है ये अपने कोल फंक्शन बन जाएगा। तो ये जो फंक्शन बनता है इफ एक्स वाई ऑर्डर पेयर बिलोंग्स टू एफ, तो इसका मतलब की होएगा y = f(x), इसका मतलब ये होएगा, ये अपने कोल एक रूल बन जाएगा। दिस इज ए पार्टिकुलर रूल विच इज ऑब्टेन्ड फ्रॉम द रिलेशन तो अपने कोल आ एक खास रूल अपने कोल आ गया। तो इस रूल नूं ही आपां इत्थे फॉलो करना है, ठीक है ना। तो इत्थे की है कि x की वैल्यू तुसीं पुट करोगे तो y की वैल्यू तुहाडे कोल आंदी जाऊगी, ठीक है ना। तो आ जिहड़ा फंक्शन है इस रूल के रिस्पैक्ट अपने कोल y की वैल्यूज जिहड़े ने वो अपने कोल आंदियां जाणगियां, इस चीज़ का तुसीं हुण खास ध्यान रखना, ओके। तो अदरवाइज सारी चीज़ां जिहड़ियां ने बहुत सिंपल है ने, कोई किधरे भी दिक्कत नहीं है, ठीक। तो हुण इस दे विच की है कि इधर ध्यान दो एक बारी। In other words, function f is a relation from non-empty set to non-empty set B such that domain of f is A and no two distinct order pair in f have the same first element. Okay. इसका मतलब यह हो गया कि ਜਿਹੜਾ ਆਪਣੇ ਕੋਲ A ਅਤੇ B ਦੋ ਸੈੱਟ ਹੈਗੇ ਨੇ ਜਾਂ X ਅਤੇ Y ਜਿਹੜੇ ਆਪਣੇ ਕੋਲ ਦੋ ਸੈੱਟ ਹੈਗੇ ਨੇ, ਠੀਕ ਹੈ ਨਾ, ਦੋਨੋਂ ਹੀ ਆਪਣੇ ਕੋਲ ਨੋਨ ਐਮਪਟੀ ਸੈੱਟ ਹੈਗੇ ਨੇ। ਤਾਂ ਜਿਹੜਾ ਆਪਣੇ ਕੋਲ A ਸੈੱਟ ਹੈਗਾ ਆਪਾਂ ਇੱਥੇ ਲਿਖਤਾ ਸੀਗਾ X ਸੈੱਟ, ਤਾਂ X ਸੈੱਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਆਣਗੇ ਆ ਕੀ ਹੋਣਗੇ, ਡੋਮੇਨ ਆਫ F, ਇਹ ਆਪਣੇ ਕੋਲ ਫੰਕਸ਼ਨ ਦੀ ਡੋਮੇਨ ਹੋਏਗੀ। ਕਿਹੜੀ ਹੋਏਗੀ ਕਿ ਜੋ x ਦੇ ਵਿੱਚ ਐਲੀਮੈਂਟ ਆਣਗੇ ਇਹਨੂੰ ਅਸੀਂ a ਵੀ ਲਿਖ ਸਕਦੇ ਹੋ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ x ਵੀ ਸੈੱਟ ਹੈਗਾ a ਵੀ ਸੈੱਟ ਹੈਗਾ, ਠੀਕ ਹੈ ਨਾ। ਤਾਂ x ਸੈੱਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਆਪਣੇ ਕੋਲ ਆਣਗੇ ਉਹ ਸਾਰੇ ਕੀ ਹੈਗੇ ਨੇ, ਇਸ ਫੰਕਸ਼ਨ ਦੀ ਡੋਮੇਨ ਬਣੇਗੀ। ਅਤੇ ਜੋ ਡੋਮੇਨ ਦੀ ਵੈਲਿਊਜ਼ ਹੈਗੀਆਂ ਨੇ ਉਹ ਵੈਲਿਊਜ਼ ਪੁੱਟ ਕਰਨ ਤੋਂ ਬਾਅਦ
ਜਿਹੜੀ ਆਪਣੇ ਕੋਲ ਆਊਟਪੁੱਟ ਆਏਗੀ ਉਹਨਾਂ ਦਾ ਜਿਹੜਾ ਸੈੱਟ ਬਣੇਗਾ, ਮੈਂ ਉਸ ਨੂੰ ਥੋੜਾ ਜਿਹਾ ਕਲਰ ਚੇਂਜ ਕਰਕੇ ਹਾਈਲਾਈਟ ਕਰਨਾ, ਆਹ ਵਾਲਾ ਸੈੱਟ ਸੌਰੀ, ਆਹ ਜਿਹੜਾ ਸੈੱਟ ਬਣੇਗਾ, ਆਹ ਸੈੱਟ ਕੀ ਹੋਏਗਾ, ਐਕਸ ਦੇ ਵਿੱਚੋਂ ਐਲੀਮੈਂਟ ਆਪਾਂ ਪੁੱਟ ਕਰਦੇ ਜਾਵਾਂਗੇ ਤਾਂ ਉਹ ਸਾਰੇ ਐਲੀਮੈਂਟ ਜਿਹੜੇ ਨੇ ਇਸ ਸੈੱਟ ਦੇ ਵਿੱਚ ਆ ਜਾਣਗੇ। ਵਾਈ ਦੇ ਵਿੱਚ ਇਹਨਾਂ ਤੋਂ ਇਲਾਵਾ ਹੋਰ ਵੀ ਐਲੀਮੈਂਟ ਹੋਣਗੇ, ਠੀਕ ਹੈ ਨਾ, ਬਹੁਤ ਸਾਰੇ ਐਲੀਮੈਂਟ ਇਸ ਦੇ ਵਿੱਚ ਆਣਗੇ, ਬਟ ਜਿਹੜੇ ਸੈੱਟ ਸਿਰਫ ਅਤੇ ਸਿਰਫ ਇਹਨਾਂ ਦੀ ਇਮੇਜਸ ਹੈਗੀ ਹੈ, ਜਿਵੇਂ ਕਿ ਆ ਜਿਹੜਾ 1 ਹੈ ਉਹ 1 ਦੀ ਇਮੇਜ ਬਣਦੀ ਹੈ, -1 2 ਦੀ ਇਮੇਜ ਬਣਦੀ ਹੈ, -3 3 ਦੀ ਇਮੇਜ ਹੈਗੀ ਹੈ ਨਾ, ਤਾਂ ਇਸ ਨੂੰ ਆਪਾਂ ਇਮੇਜ ਸੈੱਟ ਬੋਲ ਦਿੰਦੇ ਹਾਂ। ਇਮੇਜ ਸੈੱਟ ਆਫ ਡੋਮੇਨ ਆਫ ਫੰਕਸ਼ਨ ਐਫ, ਠੀਕ ਹੈ ਨਾ, ਜਿਹੜਾ ਐਫ ਫੰਕਸ਼ਨ ਹੈਗਾ ਉਸ ਦੀ ਡੋਮੇਨ ਦਾ ਜਿਹੜਾ ਇਮੇਜ ਸੈੱਟ ਹੋਏਗਾ, that set is known as range of f, range of f, ਜਿਹੜਾ ਫੰਕਸ਼ਨ ਹੈਗਾ ਉਸ ਦੀ ਕੀ ਹੋਏਗੀ, ਉਹ ਰੇਂਜ ਹੋਏਗੀ। ਇੱਕ ਇਸ ਦੇ ਵਿੱਚ ਕਨਸੈਪਟ ਆਉਂਦਾ ਹੈ ਕੋਡ ਡੋਮੇਨ, ਆ ਵੀ ਚਲੋ ਆਪਾਂ ਨਾਲ ਹੀ ਆਪਾਂ ਡਿਸਕਸ ਕਰ ਲੈਂਦੇ ਹਾਂ। ਕੋਡ ਡੋਮੇਨ ਕੀ ਹੁੰਦੀ ਹੈ? ਕੋਡ ਡੋਮੇਨ ਦੇ ਵਿੱਚ ਕੀ ਹੋਏਗਾ, ਜਿਵੇਂ ਕਿ ਆਪਣੇ ਕੋਲ ਆ ਦੋ ਸੈੱਟ ਹੈਗੇ ਨੇ, ਠੀਕ ਹੈ, ਇੱਥੇ ਆਪਾਂ ਫਿਰ ਦੁਬਾਰਾ ਐਕਸਪਲੇਨ ਕਰਨੇ ਆ ਤਾਂ ਜੋ ਸਾਰੀ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਕਲੀਅਰ ਹੋ ਜਾਣ। ਤਾਂ ਮੈਂ ਵੱਡਾ ਸੈੱਟ ਲਿੱਤਾ ਤਾਂ ਜੋ ਐਕਸਪਲੇਨ ਕਰਨਾ ਈਜ਼ੀ ਹੋ ਜਾਏ। ਇੱਥੇ ਏ ਲੈ ਲਿਆ ਆਪਾਂ, ਇੱਥੇ ਆਪਾਂ ਬੀ ਲੈ ਲਿਆ, ਹੈ ਨਾ, ਤਾਂ ਆ ਆਪਣੇ ਕੋਲ ਕੋਈ ਰਿਲੇਸ਼ਨ ਹੈਗਾ। ਇਸ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ, x1 ਹੋ ਗਿਆ, x2 ਹੋ ਗਿਆ, x3 ਹੋ ਗਿਆ, x4 ਹੋ ਗਿਆ, xn ਹੋ ਗਿਆ। ਇਹਦੇ ਵਿੱਚ ਕੀ ਹੈ ਕਿ ਆਪਣੇ ਕੋਲ y1 ਹੋ ਗਿਆ, y2 ਆ ਗਿਆ, y3 ਆ ਗਿਆ, ਐਂ ਚੱਲ ਬਹੁਤ ਸਾਰੇ ਐਲੀਮੈਂਟ ਆਪਣੇ ਕੋਲ ਆਉਣਗੇ। ਇਹ ਫਾਈਨਾਈਟ ਵੀ ਆ ਸਕਦੇ ਨੇ, ਇਨਫਾਈਨਾਈਟ ਵੀ ਆ ਸਕਦੇ ਨੇ, ਡਿਪੈਂਡ ਕਰੇਗਾ ਫੰਕਸ਼ਨ ਦੀ ਨੇਚਰ ਉੱਪਰ, ਇਹ ਆਪਾਂ ਅੱਗੇ ਜਾ ਕੇ ਡਿਸਕਸ ਕਰਾਂਗੇ। ਤਾਂ ਜਿਹੜਾ ਇਸ ਦੇ ਵਿੱਚ ਆ ਸੈੱਟ ਬਣਿਆ, ਜਿਸ ਨੂੰ ਮੈਂ ਇੱਧਰ ਰਾਊਂਡ ਲਾਤਾ, ਇਹਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹਨਾਂ ਦੀ ਇਮੇਜ ਬਣਨੀ ਹੀ ਬਣੀ ਚਾਹੀਦੀ, ਕਿਉਂਕਿ ਇਹ ਆਪਣੇ ਕੋਲ ਇਨਪੁਟਸ ਹੈਗੇ ਨੇ। ਜਦੋਂ ਆਪਾਂ ਇਨਪੁਟ ਦੇਵਾਂਗੇ ਤਾਂ ਆਊਟਪੁੱਟ ਤਾਂ ਪੱਕੀ ਆਊਗੀ, ਠੀਕ ਹੈ ਨਾ, ਇਹ ਤਾਂ ਮਤਲਬ ਹੀ ਨਹੀਂ ਹੈਗਾ, ਇਨਪੁਟ ਦੋਗੇ ਤਾਂ ਆਊਟਪੁੱਟ ਡੈਫੀਨੇਟਲੀ ਆਊਗੀ। ਤਾਂ ਇਸ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ ਸਾਰੇ ਇੱਧਰਲੇ ਪਾਸੇ ਇਹਨਾਂ ਦੇ ਨਾਲ ਐਸੋਸੀਏਟ ਹੈਗੇ। ਤਾਂ ਆ ਜਿਹੜਾ ਸੈੱਟ ਜਿਹੜਾ ਹੈਗਾ, ਇਹ ਸੈੱਟ ਦੇ ਜਿੰਨੇ ਐਲੀਮੈਂਟ ਹੈਗੇ ਨੇ, ਆ ਤਾਂ ਹੋ ਗਿਆ ਡੋਮੇਨ। ਜਿਹੜੀ ਆਪਣੇ ਕੋਲ ਆ ਇਮੇਜ ਸੈੱਟ ਬਣਦਾ ਹੈ, ਇਸ ਸੈੱਟ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ ਇਹਨਾਂ ਨੂੰ ਆਪਾਂ ਇਮੇਜ ਸੈੱਟ ਬੋਲਦੇ ਆ। ਇਮੇਜ ਸੈੱਟ ਆਫ ਡੋਮੇਨ ਸੈੱਟ ਆਫ ਐਫ, ਜਾਂ ਇਸ ਨੂੰ ਤੁਸੀਂ ਇਹ ਵੀ ਬੋਲ ਸਕਦੇ ਹੋ, ਕੋਈ ਦਿੱਕਤ ਨਹੀਂ ਹੈ। ਇਹ ਸੈੱਟ ਦੇ ਜਿੰਨੇ ਐਲੀਮੈਂਟ ਹੈਗੇ ਨੇ ਉਹਨਾਂ ਦਾ ਜਿਹੜਾ ਇਮੇਜ ਸੈੱਟ ਬਣੇਗਾ, ਉਸ ਇਮੇਜ ਸੈੱਟ ਨੂੰ ਆਪਾਂ ਕੀ ਕਹਾਂਗੇ, ਰੇਂਜ ਆਫ ਐਫ। ਇਹਨੂੰ ਅਸੀਂ ਇਸ ਤਰ੍ਹਾਂ ਵੀ ਡਿਨੋਟ ਕਰ ਸਕਦੇ ਹੋ, ਆਰ ਐਫ, ਇਹ ਇਸ ਦਾ ਨੋਟੇਸ਼ਨ ਹੈਗਾ। ਤੇ ਜਿਹੜਾ ਡੋਮੇਨ ਆਫ ਐਫ ਹੈਗਾ, ਠੀਕ ਹੈ ਨਾ, ਇਹਦਾ ਜਿਹੜਾ ਨੋਟੇਸ਼ਨ ਹੋਏਗਾ ਡੀ ਐਫ ਹੋਏਗਾ। ਇੱਕ ਮੈਂ ਹੋਰ ਗੱਲ ਕਰ ਰਿਹਾ ਸੀਗਾ, ਕੋਡ ਡੋਮੇਨ। ਕੋਡ ਡੋਮੇਨ ਕੀ ਹੁੰਦੀ ਹੈ? ਦਿਸ ਇਜ਼ ਕੋਡ ਡੋਮੇਨ। ਬੀ ਸੈੱਟ ਦੇ ਵਿੱਚ ਇੱਥੇ ਆਪਣੇ ਕੋਲ ਹੋਰ ਵੀ ਐਲੀਮੈਂਟ ਆਣਗੇ। ਸਪੋਜ਼ ਦੇਟ ਥੀਸ ਆਰ y11, y12, y21, ਠੀਕ ਹੈ ਨਾ, ਜਿਹੜੇ ਕਿ ਇਮੇਜ ਨਹੀਂ ਬਣਦੀਆਂ, ਜਿਹੜੀਆਂ ਕਿ ਇਹ ਐਲੀਮੈਂਟ ਦੇ ਇਹ ਸੈੱਟ ਦੇ ਵਿੱਚ ਜਿਹੜੇ ਐਲੀਮੈਂਟ ਹੈਗੇ ਨੇ ਉਹਨਾਂ ਦੀ ਇਮੇਜ ਨਹੀਂ ਬਣਦੇ। ਉਸ ਤੋਂ ਇਲਾਵਾ ਵੀ ਕੀ ਹੈ ਕਿ ਬੀ ਦੇ ਵਿੱਚ ਆਪਾਂ ਨੂੰ ਨੰਬਰ ਹੋਣਗੇ। ਤਾਂ ਬੀ ਦੇ ਵਿੱਚ ਜਿੰਨੇ ਵੀ ਐਲੀਮੈਂਟ ਹੈਗੇ ਨੇ, ਚਾਹੇ ਉਹ ਇਮੇਜ ਬਣਦੀ ਹੈ ਜਾਂ ਉਹ ਨਹੀਂ ਹੈ, ਜਿੰਨੇ ਵੀ ਐਲੀਮੈਂਟ ਹੈਗੇ ਨੇ ਉਹ ਸਾਰੇ ਕੀ ਹੋਣਗੇ, ਕੋਡ ਡੋਮੇਨ। ਸੋ ਕੋਡ ਡੋਮੇਨ ਇਜ਼ ਇਕੁਅਲ ਟੂ all element of B। ਇਹ ਤਿੰਨ ਚੀਜ਼ਾਂ ਆਪਣੇ ਕੋਲ ਆ ਗਈਆਂ, ਡੋਮੇਨ ਵੀ ਹੋ ਗਿਆ, ਰੇਂਜ ਵੀ ਹੋ ਗਿਆ, ਅਤੇ ਕੋਡ ਡੋਮੇਨ ਕੀ ਹੁੰਦਾ ਹੈ, ਆ ਵੀ ਆਪਣੇ ਕੋਲ ਕਲੀਅਰ ਹੋ ਗਿਆ। ਹੁਣ ਇੱਧਰ ਫਿਰ ਅੱਗੇ ਆਪਣੇ ਕੋਲ ਧਿਆਨ ਦਿਓ,
Next, the definition is if f is a function from a to b and ab belongs to f, then ਕੀ ਹੋਏਗਾ fa is equal to b ਹੋਏਗਾ, b is called image of a under f and a is called pre-image of b under f. ਓਕੇ, ਤਾਂ ਇਸ ਵਿੱਚ ਬਿਲਕੁਲ ਸਿੰਪਲ ਜੀ ਗੱਲ ਹੈਗੀ ਹੈ। what happened okay, ਚਲੋ ਆ ਹੋ ਗਿਆ ਆਪਣੇ ਕੋਲ, ਹੈ ਨਾ। ਓਕੇ, ਇੱਕ ਆ ਸੈੱਟ ਹੋ ਗਿਆ, ਇੱਕ ਆ ਸੈੱਟ ਹੋ ਗਿਆ, ਇੱਕ ਆਪਣੇ ਕੋਲ ਆ ਏ ਸੈੱਟ ਹੋ ਗਿਆ ਤੇ ਆ ਬੀ ਸੈੱਟ ਹੋ ਗਿਆ। ਇਸ ਦੇ ਵਿੱਚ ਏ ਐਲੀਮੈਂਟ ਹੈਗਾ, ਇਸ ਦੇ ਵਿੱਚ ਆਪਣੇ ਕੋਲ ਬੀ ਐਲੀਮੈਂਟ ਹੈਗਾ, ਹੈ ਨਾ। ਤਾਂ ਗੱਲ ਕਰ ਰਹੇ ਸੀਗੇ ਕਿ ਏ ਆਰਡਰ ਪੇਅਰ ਏ ਬੀ ਜੇ ਆਪਣੇ ਕੋਲ ਐਫ ਦੇ ਵਿੱਚ ਬਿਲੋਂਗ ਕਰਦਾ ਹੈ ਤਾਂ ਇਸ ਦਾ ਮਤਲਬ ਕੀ ਹੋਏਗਾ, ਐਫ ਏ ਇਜ਼ ਇਕੁਅਲ ਟੂ ਬੀ। ਠੀਕ ਹੈ, ਤਾਂ ਬੀ ਜਿਹੜਾ ਹੈ ਡੈਫੀਨੇਸ਼ਨ ਦੇ ਵਿੱਚ ਕੀ ਸੀਗਾ ਆਪਣੇ ਕੋਲ, B is called image of A under F and A is called pre-image of B under F। ठीक है ना, तो बिल्कुल क्लीयर है। तो आ जो एलीमेंट है ये की है कि इसकी इमेज हैगी है किसदी, F फंक्शन के अंडर, क्योंकि F दे विच जो A पुट करांगे इहदे च पुट करांगे इत्थों अपने कोल आ इमेज बनूगी। ठीक है ना, सो B इज इमेज ऑफ ए किस दे अंडर है, फंक्शन के अंडर अंडर एफ। तो जोड़ा ए है ये अपने कोल ए जोड़ा होएगा वो बी का की है प्री इमेज। सो दिस इज प्री इमेज एंड दिस इज इमेज। तो जोड़ा प्री इमेज सैट होएगा, एक गल हो रही है, जोड़ा सैट ऑफ प्री इमेज होंदा है, सैट ऑफ प्री इमेज ये अपन कोल डोमेन ऑफ एफ दे इक्वल होंदा है। तो जोड़ा इमेज सैट होएगा ये अपन कोल रेंज ऑफ एफ दे इक्वल होंदा है। क्लीयर, ये दोनों विचकार इस प्रकार का अपने कोल रिलेशन होएगा। इस तो बाद की है कि अपने कोल नोटेशन जोड़ा है इसका, दिस इज आल्सो वेरी इंपोर्टेंट। जोड़ा अपने कोल आ फंक्शन है इसका जे आप नोटेशन यूज करना हो तो नोटेशन होएगा एफ इज ए फंक्शन फ्रॉम ए टू बी। आ इसका सिंबल है, ये फंक्शन आप डिनोट किमें करांगे, फंक्शन एफ इज ए फंक्शन फ्रॉम द सैट ए टू द सैट बी। ये एलीमेंट आप पुट करांगे तो बी दे एलीमेंट अपने कोल आएंगे। जिहड़ियां इनपुट्स जिहड़ी होणगियां वो ए सैट दियां होणगियां ते जिहड़ी आउटपुट एफ दे अंडर जिहड़ी आणगियां अपने कोल वो बी दे विच सारे सारे मैंबर बन जाएंगे। ओके, सो इन दिस वे ये अपने कोल चलता रहेगा। इस तो बाद की है अपने कोल, you can see this is very simple example and I hope there is no problem. N be the set of a natural number and the relation R is defined on N such that this is R xy is R is equal to set of xy and y is equal to 2x, xy belongs to N. What is the domain, कोडोमेन एंड रेंज ऑफ आर। ओके, डोमेन की होएगी, कोडोमेन की होएगी ते रेंज की होएगी। ओके, तो इत्थे जिहड़ा फंक्शन है वो आपां नूं एन दिता है, एन जिहड़ा है वो सैट ऑफ नैचुरल नंबर ते आर जिहड़ा है वो आपां नूं एक रिलेशन जिहड़ा है वो डिफाइन किया होया है ना। तो इसनूं ही आपां लेके चलीए। लो जी, R is equal to अपने को है R is equal to we have xy
such that y is equal to x and x y belongs to n, ਇਹ ਆਪਾਂ ਨੂੰ ਦਿੱਤਾ ਹੋਇਆ। ਹੁਣ ਕੀ ਹੈ ਕਿ ਇਸ ਦੇ ਵਿੱਚ ਜਿਹੜਾ ਆਪਣੇ ਕੋਲ ਰਿਲੇਸ਼ਨ ਹੈਗਾ, ਰਿਲੇਸ਼ਨ ਇਜ਼ ਔਨ n, n ਕੀ ਹੈ ਆਪਣੇ ਕੋਲ ਨੈਚੁਰਲ ਨੰਬਰ, ਇੱਕ ਆ ਸੈੱਟ ਹੋ ਗਿਆ, ਦੂਸਰਾ ਆ ਸੈੱਟ ਹੋ ਗਿਆ, ਤੇ ਦੋਨੋਂ ਹੀ ਆਪਣੇ ਕੋਲ ਕੀ ਹੋਣਗੇ, n ਹੋਣਗੇ। ਆ ਵੀ n ਹੈਗਾ ਤੇ ਆ ਵੀ n ਹੈਗਾ, ਤੇ ਆ ਆਪਣੇ ਕੋਲ ਇੱਕ ਰਿਲੇਸ਼ਨ ਬਣਦਾ ਹੈ। ਤਾਂ ਇਸ ਦੀ ਜਿਹੜੀ ਡੋਮੇਨ, ਕੋਡੋਮੇਨ ਅਤੇ ਰੇਂਜ ਉਹ ਆਪਾਂ ਡਿਫਾਈਨ ਕਰਨੀਆਂ ਨੇ, ਕਿਵੇਂ ਆਣੀਆਂ, ਕੀ ਆਣੀਆਂ। ਹੁਣ ਇੱਥੇ ਦੇਖੋ, ਜੇ ਆ n ਨੈਚੁਰਲ ਨੰਬਰ ਹੈਗਾ, 1 ਆ ਗਿਆ, 2 ਆ ਗਿਆ, 3 ਆ ਗਿਆ, 4 ਆਏਗਾ, 5 ਆਏਗਾ, 6 ਆਏਗਾ, 7 ਆਏਗਾ ਐਂਡ ਸੋ ਔਨ। ਇੱਧਰ ਵੀ ਤਾਂ ਆਪਣੇ ਕੋਲ ਆਹੀ ਬਣੇਗਾ, 1 ਆਏਗਾ, 2 3 4 5 6 7 ਐਂਡ ਸੋ ਔਨ। ਤੇ ਇਹ ਆਪਾਂ ਨੂੰ ਦਿੱਤਾ ਹੋਇਆ ਹੈ। y ਇਜ਼ ਇਕੁਅਲ ਟੂ 2x ਆਪਾਂ ਨੂੰ ਦਿੱਤਾ ਹੋਇਆ, ਠੀਕ ਹੈ ਨਾ। ਤਾਂ ਪਹਿਲਾਂ ਤਾਂ ਆਪਾਂ ਦੇਖਾਂਗੇ ਕਿ ਜਿਹੜਾ ਪਹਿਲੇ ਵਾਲਾ ਜਿਹੜਾ ਸੈੱਟ ਹੈਗਾ ਉਸ ਦੇ ਐਲੀਮੈਂਟ ਕਿਹੜੇ ਐਲੀਮੈਂਟਾਂ ਦੇ ਨਾਲ ਐਸੋਸੀਏਟ ਹੈਗੇ ਨੇ। ਜਦੋਂ ਆਪਾਂ ਇਹਦੇ 'ਚ 1 ਪੁੱਟ ਕਰਾਂਗੇ ਤਾਂ 2 ਬਣੇਗਾ, 2 ਪੁੱਟ ਕਰਾਂਗੇ ਤਾਂ ਉਹ 4 ਬਣੇਗਾ, 3 ਪੁੱਟ ਕਰਾਂਗੇ ਤਾਂ ਉਹ 6 ਬਣੇਗਾ, ਜਦੋਂ ਆਪਾਂ 4 ਪੁੱਟ ਕਰਾਂਗੇ ਤਾਂ ਉਹ 8 ਆਏਗਾ, ਠੀਕ ਹੈ। ਤੇ ਜਦੋਂ ਆਪਾਂ 5 ਪੁੱਟ ਕਰਾਂਗੇ ਤਾਂ ਉਹ 10 ਆਏਗਾ। ਤਾਂ ਜਿਹੜੇ ਇਸ ਦੀ ਆਪਾਂ ਗੱਲ ਕਰੀਏ ਡੋਮੇਨ ਦੀ, ਡੋਮੇਨ ਆਫ f, ਠੀਕ ਹੈ ਨਾ। ਤਾਂ ਡੋਮੇਨ ਤਾਂ ਆਪਣੇ ਕੋਲ ਕੀ ਹੈ ਕਿ ਜਿਹੜਾ ਪਹਿਲੇ ਵਾਲਾ ਸੈੱਟ ਹੈਗਾ n, ਉਸ ਦੇ ਜਿੰਨੇ ਐਲੀਮੈਂਟ ਹੈਗੇ ਨੇ ਉਹ ਸਾਰੇ ਆਪਣੇ ਕੋਲ ਆ ਜਾਣਗੇ, 1 2 3 4 5 ਐਂਡ ਸੋ ਔਨ। ਤਾਂ ਆ ਤਾਂ ਆਪਣਾ ਨੈਚੁਰਲ ਨੰਬਰ ਹੀ ਬਣ ਗਿਆ ਸਾਰਾ। ਹੁਣ ਗੱਲ ਆਉਂਦੀ ਹੈ ਰੇਂਜ ਦੀ। ਰੇਂਜ ਕੀ ਹੋਏਗੀ ਇਸ ਦੀ, ਰੇਂਜ ਆਫ f, ਠੀਕ ਹੈ ਨਾ, RF। ਤਾਂ ਰੇਂਜ ਆਫ f ਦੇ ਵਿੱਚ ਕੀ ਹੈ ਕਿ ਤੁਹਾਡੇ ਕੋਲ ਜਿਹੜੇ ਐਲੀਮੈਂਟ ਆ ਰਹੇ ਨੇ ਉਹ ਕਿਹੜੇ ਐਲੀਮੈਂਟ ਆ ਰਹੇ ਨੇ, 2 ਆ ਰਿਹਾ, 4 ਆਉਂਦਾ ਪਿਆ, 6 ਆਉਂਦਾ ਪਿਆ, 8 ਆਉਂਦਾ ਪਿਆ, 10 ਆਉਂਦਾ ਪਿਆ, 2 4 6 8 ਐਂਡ ਸੋ ਔਨ। ਤਾਂ ਇਹ ਸਾਰੇ ਕੀ ਹੈਗੇ ਨੇ, ਇਜ਼ ਇਕੁਅਲ ਟੂ n, ਤੁਸੀਂ ਲਿਖ ਸਕਦੇ ਹੋ 2n, such that n belongs to n। 2n ਦਾ ਮਤਲਬ ਕੀ ਹੋ ਗਿਆ, ਈਵਨ ਨੰਬਰ ਹੋ ਗਏ, ਜਾਂ ਸਿੱਧਾ ਹੀ ਤੁਸੀਂ ਲਿਖ ਸਕਦੇ ਹੋ ਸੈਟ ਆਫ ਈਵਨ ਨੰਬਰਸ, ਈਵਨ ਨੈਚੁਰਲ ਨੰਬਰ, ਠੀਕ ਹੈ ਨਾ। ਤਾਂ ਇਹ ਆਪਣੇ ਕੋਲ ਤੁਸੀਂ ਇਹਨੂੰ ਆ ਵੀ ਲਿਖ ਸਕਦੇ ਹੋ, ਆ ਵੀ ਲਿਖ ਸਕਦੇ ਹੋ, ਦੋਨਾਂ ਦਾ ਇੱਕੋ ਹੀ ਮਤਲਬ ਹੈਗਾ। ਤੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਕੋਡੋਮੇਨ ਕਿੰਨੀ ਬਣੂਗੀ, ਠੀਕ ਹੈ ਨਾ। ਤਾਂ ਕੋਡੋਮੇਨ ਦੇ ਵਿੱਚ ਕੀ ਹੁੰਦਾ, ਆਪਣੇ ਕੋਲ ਜਿੰਨੇ ਵੀ ਐਲੀਮੈਂਟ ਹੈਗੇ ਨੇ ਇਸ ਸੈੱਟ ਦੇ ਵਿੱਚ ਉਹ ਸਾਰੇ ਇਸ ਦੀ ਕੀ ਹੈ, ਚਾਹੇ ਉਹ ਇਮੇਜ ਬਣਦੀ ਹੈ ਚਾਹੇ ਨਹੀਂ ਬਣਦੀ, ਉਹ ਸਾਰੇ ਆਪਣੇ ਕੋਲ ਕੋਡੋਮੇਨ ਦੇ ਵਿੱਚ ਆ ਜਾਣਗੇ। 1 ਵੀ ਆਏਗਾ, 2 ਵੀ ਆਏਗਾ, 3 ਵੀ ਆਏਗਾ, 4 ਵੀ ਆਏਗਾ ਐਂਡ ਸੋ ਔਨ। ਤੇ ਇਹ ਸਾਰਾ ਕਿਸ ਦੇ ਇਕੁਅਲ ਆਇਆ, ਨੈਚੁਰਲ ਨੰਬਰ ਦੇ ਇਕੁਅਲ ਹੀ ਬਣਦਾ ਹੈ, ਸੈਟ ਆਫ ਨੈਚੁਰਲ ਨੰਬਰ। ਤਾਂ ਇਸ ਤਰ੍ਹਾਂ ਕੀ ਹੈ ਕਿ ਇਹਨਾਂ ਦੀ ਆਪਣੇ ਕੋਲ ਰੇਂਜ, ਡੋਮੇਨ, ਕੋਡੋਮੇਨ, ਤਿੰਨੋਂ ਚੀਜ਼ਾਂ ਇਸ ਦੇ ਵਿੱਚ ਆਪਣੇ ਕੋਲ ਡਿਸਕਸ ਹੋ ਗਈਆਂ। ਓਕੇ, ਨਾਓ ਯੂ ਕੈਨ ਡੂ yourself this second 11th example. This is just for you. Okay, see this definition. A function which has either r or one of its subset as its range is called real valued function. Further, if its domain is also either r or a subset of r, it is called real function. ਤਾਂ ਇਸ ਦੇ ਵਿੱਚ ਕੀ ਹੈ ਕਿ r ਜਿਹੜਾ ਹੈਗਾ ਨਾ, r ਇੱਥੇ ਰਿਲੇਸ਼ਨ ਵਾਸਤੇ ਯੂਜ਼ ਨਹੀਂ ਕੀਤਾ। r ਜਿਹੜਾ ਇੱਥੇ ਹੈ, ਇੱਕ ਚੀਜ਼ ਦਾ ਧਿਆਨ ਦਿਓ, r ਦਾ ਮਤਲਬ, ਕਿਉਂਕਿ ਨਾ ਸਿੰਬਲ ਕਈ ਵਾਰੀ ਆਪਾਂ ਨੂੰ ਕਨਫਿਊਜ਼ ਕਰਦੇ ਨੇ, ਇਸ r ਦਾ ਮਤਲਬ ਕੀ ਹੈਗਾ, ਸੈਟ ਆਫ ਰੀਅਲ ਨੰਬਰ,
दिस इज सेट ऑफ रियल नंबर्स। ठीक है ना। तो ਜਿਹੜਾ ਆਪਣੇ ਕੋਲ ਕੋਈ ਵੀ ਫੰਕਸ਼ਨ ਹੈਗਾ ਜਿਹੜਾ ਕਿ ਜਾਂ ਤਾਂ ਉਹ ਰੀਅਲ ਨੰਬਰ ਬਣਦਾ ਹੈਗਾ ਜਾਂ ਰੀਅਲ ਨੰਬਰ ਦਾ ਉਹ ਸਬਸੈਟ ਹੈਗਾ ਜਾਂ ਉਸ ਦੀ ਜਿਹੜੀ ਇਮੇਜ ਜਿਹੜੀ ਹੈਗੀ ਹੈ ਉਹ ਆਪਣੇ ਕੋਲ ਰੀਅਲ ਨੰਬਰ ਬਣਦੀ ਹੈ, ਰੇਂਜ ਜਿਹੜੀ ਹੈ ਉਹ ਰੀਅਲ ਬਣਦੀ ਹੈ। ਠੀਕ ਹੈ ਨਾ। ਜੇ ਰੇਂਜ ਆਪਣੇ ਕੋਲ ਰੀਅਲ ਨੰਬਰ ਹੈਗੀ ਹੈ ਤਾਂ ਉਸ ਕੇਸ ਦੇ ਵਿੱਚ ਕੀ ਹੋਏਗਾ, ਉਹ ਰੀਅਲ ਵੈਲਿਊਡ ਫੰਕਸ਼ਨ ਬਣੇਗਾ। ਠੀਕ ਹੈ। ਤੇ ਜੇ ਆਪਣੇ ਕੋਲ ਡੋਮੇਨ ਜਿਹੜੀ ਹੈ, ਇਫ ਡੋਮੇਨ is either R or subset of R, it is called real function। ਜੇ ਆਪਣੇ ਕੋਲ ਵੈਲਿਊ ਜਿਹੜੀ ਹੈਗੀ ਹੈ ਉਹ ਰੀਅਲ ਆਉਂਦੀ ਹੈ ਤਾਂ ਰੀਅਲ ਵੈਲਿਊਡ ਫੰਕਸ਼ਨ ਬਣੇਗਾ। ਵੈਲਿਊ ਦਾ ਮਤਲਬ ਇੱਥੇ ਰੇਂਜ ਹੈਗਾ। ਜੇ ਆਪਣੇ ਕੋਲ ਡੋਮੇਨ ਦਾ ਮਤਲਬ ਜਿਹੜੀ ਆਪਾਂ ਵੈਲਿਊ ਪੁੱਟ ਕਰ ਰਹੇ ਹਾਂ ਤੇ ਜਿਹੜੀ ਵੈਲਿਊਸ ਆਪਾਂ ਪੁੱਟ ਕਰ ਰਹੇ ਹਾਂ ਉਹ ਆਪਣੇ ਕੋਲ ਜੇ ਰੀਅਲ ਨੰਬਰਸ ਹੈਗੇ ਨੇ ਜਾਂ ਰੀਅਲ ਨੰਬਰ ਦਾ ਸੈੱਟ ਹੈਗਾ, सबसेट है, तो उस केस वो रियल फंक्शन होएगा। तो ये जोड़ा है कि इतने मैं थोड़ा जा होर डिटेल एक्सप्लेन करने की कोशिश कराँगा। जिमें कि अपने कोल आ दो सैट हो गए, एक सैट हो गया, एक सैट हो गया है ना। तो इत्थे की है कि सपोज दैट दिस इज नैचुरल नंबर एंड दिस इज आर। जो फंक्शन है अपने कोल एफ एक्स इज इक्वल टू अपने कोल 1/x है। तो इहदे च 1 आएगा, 2 आएगा, 3 आएगा, 4 आएगा, 5 आएगा, 6 आएगा। जो 1 पुट किया तो 1 बनेगा, 2 पुट करोगे तो 1/2 हो जाएगा, 1.3 आ जाएगा, 1.4 आएगा, 1.5 आ गया, 1.6 आएगा एंड सो ऑन। ये सारे की है ने, ये नैचुरल नंबर तो नहीं है बट दीज आर रियल नंबर। ठीक है ना। रियल नंबर की होंगे अपने को एक आ जी लाइन हैगी -इनफिनिटी तो लैके इनफिनिटी तक जिन्ने भी इस पॉइंट है, चाहे वो इंटीजर है, चाहे वो नैचुरल नंबर है, चाहे वो फ्रैक्शन है। ठीक है ना। वो सारे इसनों आप रियल लाइन बोलने हाँ। तो ये जो पॉइंट है ने, ये सारे पॉइंट इस रियल लाइन के उपर लाई करते हैं। बट ये जो पॉइंट है वो 1 और 0 के विचकार होंगे, 1 तो लेके 0 के विचकार होंगे। ठीक है ना। तो आ जोड़ा इंटरवल है ये की है अपने को इसका सबसैट हो गया। तो इस केस आ जो फंक्शन जोड़ा होएगा, ठीक है ना, आ वाला फंक्शन केड़ा हो गया अपने को रियल वैल्यूड फंक्शन। दिस इज रियल वैल्यूड फंक्शन। ठीक है। तो दूजे पासे जड़े है अपने कोल कंट्रोल ओके एक सैट होर लो सी। इस की किया आप कि इत्थे अपने कोल आ रही है, इत्थे अपने कोल सपोज दैट दिस इज आसो आर। इनदे विच जिन्ने भी वैल्यूज आनियां जिहड़ी इनपुट्स है ने वो सारे की है ने रियल नंबरस है ने। तो आ जिहड़ा फंक्शन जिहड़ा होएगा, आ जिहड़ा फंक्शन होएगा जदों उसकी डोमेन या तो रियल होए या रियल नंबर का सबसेट होए तो उस केस दे विच जिहड़ा फंक्शन होएगा वो अपने कोल रियल फंक्शन बन जाएगा। क्लियर। तो जे अपने आ भी सारे रियल नंबर है ने तो ये रियल फंक्शन भी है तो रियल वैल्यूड फंक्शन भी है। बट समटाइम्स सपोज दैट एफ एक्स इज इक्वल टू अपने कोल कोई सी नंबर है, सी सपोज दैट कोई कॉन्स्टेंट नंबर है अपने को है ना। तो कॉन्स्टेंट तो अपने को 1 भी हो सकता है, 2 भी हो सकता है, 1.5 भी हो सकता है। तो जोड़ा अपने को सी की वैल्यू हैगी है, क्योंकि ये जोड़ा है ना जरूरी नहीं होंगे कि सारा अपने को रियल नंबर ही होएगा। ठीक। तो ये अपन कुछ भी हो सकता है, जे रियल है फिर तो अपने को आ ही गया रियल फंक्शन भी बनेगा तो रियल वैल्यू भी बनेगा। बट जे ये अपने को नहीं है जिमें कि इतने आप लेता एफ एक्स इज इक्वल टू सी तो सी इक्वल टू अपन 1 है, 2 भी ले सकते आप, 1 भी ले सकते, 2 भी ले सकते। तो उस केस की है कि आ नैचुरल नंबर का बन गया या ये अपन को इंटीजर भी हो सकता है। ठीक है ना। तो उस केस की है कि एक कला अपन को रियल फंक्शन रहेगा।
ਤਾਂ ਐਂਡ ਕਨਕਲੂਜਨ ਕੀ ਹੈਗਾ ਇਸ ਦਾ, ਰੀਅਲ ਵੈਲਿਊਡ ਫੰਕਸ਼ਨ ਕਦੋਂ ਬਣੇਗਾ, ਜਦੋਂ ਵੈਲਿਊ ਜਿਹੜੀ ਹੈਗੀ ਹੈ, ਜਿਹੜੀ ਰੇਂਜ ਹੈਗੀ ਹੈ, ਰੇਂਜ ਜਿਹੜਾ ਹੈਗਾ ਉਹ ਇਕੁਅਲ ਟੂ ਆਪਣੇ ਕੋਲ ਬਣੇ ਆਰ ਦਾ ਸਬਸੈਟ। ਜੋ ਰੇਂਜ ਹੈਗੀ ਹੈ ਉਹ ਕੀ ਹੈਗਾ, ਆਰ ਦਾ ਸਬਸੈਟ ਹੈਗਾ। ਆਰ ਮਤਲਬ ਰੀਅਲ ਨੰਬਰ। ਉਸ ਕੇਸ ਦੇ ਵਿੱਚ ਆ ਫੰਕਸ਼ਨ ਬਣ ਜਾਊਗਾ ਰੀਅਲ ਵੈਲਿਊਡ। ਇਸ ਨੋਟ ਕਰਨਾ। दूसरा जे डोमेन जी हैगी है, डोमेन ऑफ एफ, जे वो अपन को आर का सबसैट है या आर के इक्वल है, उस केस जो फंक्शन होएगा वो रियल फंक्शन बनेगा। ओके, तो फंक्शन अज की जी हुण की डिस्कशन हैगी है, इस ਆਪਾਂ ਇਹ ਡਿਸਕਸ ਕੀਤਾ ਕਿ ਫੰਕਸ਼ਨ ਹੁੰਦਾ ਕੀ ਹੈ, ਫੰਕਸ਼ਨ ਨੂੰ ਆਪਾਂ ਡਿਫਾਈਨ ਕਿਵੇਂ ਕਰਨੇ ਹਾਂ, ਫੰਕਸ਼ਨ ਅਤੇ ਰਿਲੇਸ਼ਨ ਦੇ ਵਿਚਕਾਰ ਕੀ ਰਿਲੇਸ਼ਨ ਹੈਗਾ, ਡੋਮੇਨ ਆਫ ਫੰਕਸ਼ਨ ਕੀ ਹੁੰਦੀ ਹੈ, ਰੇਂਜ ਕੀ ਹੁੰਦੀ ਹੈ, ਕੋ ਡੋਮੇਨ ਕੀ ਹੁੰਦੀ ਹੈ, ਠੀਕ ਹੈ ਨਾ। ਫੰਕਸ਼ਨ ਆਪਣੇ ਕੋਲ ਬਿਲਡ ਕੀ ਹੋਏ ਕਿਵੇਂ ਹੋਇਆ, ਰੀਅਲ ਵੈਲਿਊਡ ਫੰਕਸ਼ਨ ਕੀ ਹੁੰਦਾ ਹੈ, ਰੀਅਲ ਫੰਕਸ਼ਨ ਕੀ ਹੈਗਾ। ਤਾਂ ਇਹ ਸਾਰੇ ਪੁਆਇੰਟ ਜਿਹੜੇ ਹੈਗੇ ਨੇ, ਦਿਸ ਆਰ ਵੈਰੀ ਇੰਪੋਰਟੈਂਟ ਟੂ ਡਿਸਕਸ ਨੈਕਸਟ ਲੈਕਚਰ। ਨੈਕਸਟ ਲੈਕਚਰ ਦੇ ਵਿੱਚ ਕੀ ਹੋਏਗਾ ਆਪਣੇ ਕੋਲ, ਇਸ ਦੇ ਐਡਵਾਂਸ ਜਿਹੜੀ ਟਾਈਪਸ ਆਫ ਫੰਕਸ਼ਨ ਕੀ, ਫੰਕਸ਼ਨ ਕਿੰਨੀ ਪ੍ਰਕਾਰ ਦਾ ਹੁੰਦਾ ਹੈ, ਠੀਕ ਹੈ ਨਾ, ਕਿਹੜੇ ਫੰਕਸ਼ਨ ਆਪਾਂ ਹੁੰਦੇ ਨੇ, ਤਾਂ ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਤਾਂ ਇਸ ਲੈਕਚਰ ਦੇ ਵਿੱਚ ਆਪਾਂ ਐਨਾ ਹੀ ਕਰਾਂਗੇ ਤੇ ਇਹਨਾਂ ਸਾਰਿਆਂ ਦੇ ਜੋ ਪੁਆਇੰਟ ਇਸ ਲੈਕਚਰ ਦੇ ਵਿੱਚ ਡਿਸਕਸ ਕੀਤੇ ਨੇ ਉਹ ਸਾਰੇ ਨੋਟ ਵੀ ਕਰਨਾ, ਇਹਨਾਂ ਨੂੰ ਤੁਸੀਂ ਸਮਝਣਾ ਵੀ ਹੈ, ਠੀਕ ਹੈ ਨਾ। ਤੇ ਨਾਲ ਤੁਸੀਂ कमेंट भी करना है कि तुहानू ये लैक्चर किवें लग्या, अच्छा लग्या तां भी करना है, जे नहीं लग्या तां भी करना है, तो तुहानू कितना समझ आ रहा है, लाइक डिसलाइक ये भी तुसीं कर दिया करो, उहदे नाल पता लगदा रहिंदा है कि हाँ भी तुहानू कितना वधिया लैक्चर जिहड़े ने आपां बना रहे हैं वो तुहानू तुहाडे तक पहुँच रहे हैं, तुहाडी प्रॉब्लम्स सॉल्व हो रही ने कि नहीं हो रही, क्योंकि पेंडिंग करके क्लासेस की बड़ी प्रॉब्लम्स आ रही ने। तो स्पैशली पंजाबी दे विच ही लैक्चर आपां स्टार्ट कीते ने, क्योंकि ਤੁਹਾਡੇ ਕਈ ਟੀਚਰਸ ਨਾਲ ਮੇਰੀ ਗੱਲਬਾਤ ਹੋਈ ਹੈ, ਤਾਂ ਉਹਨਾਂ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਚੱਲ ਰਿਹਾ, ਠੀਕ ਹੈ ਨਾ। ਤਾਂ ਤੁਸੀਂ ਜਿਹੜਾ ਹੈ ਵੀ ਇਹਨਾਂ ਨੂੰ ਆਪਦੇ ਦੋਸਤਾਂ ਨਾਲ ਵੀ ਨਾਲ ਸ਼ੇਅਰ ਕਰੋ, ਤਾਂ ਜੋ ਉਹਨਾਂ ਦਾ ਵੀ ਭਲਾ ਹੋਵੇ ਜਿੱਥੇ ਮਰਜ਼ੀ, ਕਿਉਂਕਿ ਆਪਣਾ ਕਿਹੜਾ ਸ਼ੇਅਰ ਕਰਨ ਦੇ ਵਿੱਚ ਕੋਈ ਪੈਸਾ ਲੱਗਦਾ ਹੈ, ਆਪਾਂ ਤਾਂ ਭੇਜਣਾ ਹੀ ਹੈ ਵੀ ਆ ਵੀ ਤੁਸੀਂ ਪੜ੍ਹ ਲਓ ਜੀ, ਕਨਸੈਪਟ ਵਧੀਆ ਹੈਗੇ ਨੇ, ਤੁਸੀਂ ਸ਼ੇਅਰ ਕਰ ਦਿਓ, ਜੇ ਨਾ ਲੱਗੇ ਤਾਂ ਨਾ ਕਰਿਓ, ਉਹ ਤੁਹਾਡੀ ਮਰਜ਼ੀ ਹੈ ਨਾ। ਬਟ ਜੇ ਕਿਧਰੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉਹ ਮੈਂਸ਼ਨ ਜ਼ਰੂਰ ਕਰੋ, ਜਾਂ ਤੁਸੀਂ ਆਪਦੇ ਟੀਚਰ ਨੂੰ, ਮਨੂ ਸਹਿਗਲ ਦੇ ਨਾਲ ਤੁਸੀਂ ਡਾਇਰੈਕਟ ਜੁੜੇ ਹੋਏ ਹੋ, ਜਿਹੜੇ ਸਟੂਡੈਂਟ ਮਨੂ ਸਹਿਗਲ ਮੈਡਮ ਦੇ ਹੈਗੇ ਨੇ ਉਹ ਤਾਂ ਉਹਨਾਂ ਨੂੰ ਦੱਸ ਸਕਦੇ ਨੇ, ਤੇ ਉਹ ਮੈਨੂੰ ਸਿੱਧਾ ਵਟਸਐਪ ਕਰ ਸਕਦੇ ਨੇ। ਤੇ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਤੁਹਾਡੇ ਵਿੱਚੋਂ ਮੇਰੇ ਵਟਸਐਪ ਗਰੁੱਪ ਦੇ ਵਿੱਚ ਹੈਗੇ ਨੇ, ਤਾਂ ਤੁਸੀਂ ਤਾਂ ਕੀ ਹੈ ਕਿ ਉੱਥੇ ਮੈਸੇਜ ਵੀ ਕਰ ਸਕਦੇ ਹੋ, ਤੁਹਾਨੂੰ ਤਾਂ ਕੋਈ ਦਿੱਕਤ ਨਹੀਂ ਹੈਗੀ। ਤੇ ਜੇ ਕੋਈ ਤੁਹਾਡਾ ਕੋਈ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਵਟਸਐਪ ਦੇ ਵਿੱਚ ਜਿਹੜੇ ਬੱਚੇ ਮੇਰੇ ਨਾਲ ਜੁੜੇ ਹੋਏ ਨੇ ਉਹ ਤੁਸੀਂ ਉੱਥੇ ਆਪਦੀ ਪ੍ਰੋਬਲਮ ਭੇਜ ਵੀ ਸਕਦੇ ਹੋ, ਤਾਂ ਜੋ ਆਉਣ ਵਾਲੇ ਲੈਕਚਰ ਦੇ ਵਿੱਚ ਉਹ ਡਿਸਕਸ ਕੀਤਾ ਜਾਵੇ। ਸੋ ਥੈਂਕ ਯੂ ਵੈਰੀ ਮਚ ਟੂ ਸੀ ਮਾਈ ਲੈਕਚਰ ਟਿਲ ਦ ਐਂਡ।